बाद दिन मिल मिले से हाँ जी। पहला मैं ये दसो कि मैं तुहानू क्या नहीं सी ਤੁਸੀਂ ਕਿਹਾ ਹੀ ਕਿ ਪ੍ਰਾਰਥਨਾ 'ਚ ਬੈਠਿਆ ਕਰੋ, ਫਾਸਟਿੰਗ ਵਿੱਚ ਵਚਨ ਵੀ ਪੜਿਆ ਕਰੋ ਤੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਹਾਂ ਕਿ ਜਦੋਂ ਤੁਹਾਡੇ ਪਾਪਾ ਮੈਡੀਸਨ ਲੈਣ ਜਾਣਗੇ ਤੇ ਸਾਰੇ ਟੈਸਟ ਕਰਾਉਣਗੇ। ਤੁਸੀਂ ਕੀ ਫਿਰ ਉਦਾਂ ਹੀ ਕੀਤਾ ਹਾਂਜੀ ਜਿੱਦਾਂ ਮੈਂ ਤੁਹਾਨੂੰ ਕਿਹਾ। ਹਾਂਜੀ ਮੈਂ ਮੈਨੂੰ ਮਿਲੇ ਮੈਂ ਇਹਨਾਂ ਨੇ ਇੱਕ ਗੱਲ ਕਹੀ ਹੈ, ਤੁਸੀਂ ਮੈਂ ਪ੍ਰਾਰਥਨਾ ਕਰਨੀ ਹੈ ਇੱਕ ਟਾਈਮ ਤੇ ਬਹਿਣਾ, ਇੱਕ ਟਾਈਮ ਤੇ ਬਹਿਣਾ, ਇਹੋ ਕਿਹਾ ਸੀ ਇੱਕ ਟਾਈਮ ਤੇ ਬਹਿਣਾ, ਪ੍ਰਾਰਥਨਾ ਕਰਨਾ, ਉਪਵਾਸ ਕਰਨਾ ਇੱਕ ਦਿਨ, ਕੰਮ ਛੁੱਟਦਾ ਛੁੱਟ ਜਾਏ, ਇਹੋ ਕਿਹਾ ਸੀ। ਹਾਂਜੀ ਨਾਲੇ ਵੀ ਕਿਹਾ ਸੀ ਜਿੰਨਾ ਕੰਮ ਜਾਏਗਾ ਦੁੱਗਣਾ ਆਏਗਾ। ਹਾਂਜੀ ਆਇਆ ਕਿ ਨਹੀਂ ਆਇਆ? ਆਇਆ ਸਹੀ ਕਿ ਨਹੀਂ? ਸਹੀ। ਟੈਸਟ ਨਾਰਮਲ ਹੋਈ ਕਿ ਨਹੀਂ ਹੋਈ? ਕਿੰਨੀ ਕੀਤੇ? ਮੈਂ ਕੀਤੇ ਕਿ ਤੁਸੀਂ ਕੀਤੇ? ਤੁਹਾਡੀਆਂ ਪਰਫੈਕਟ ਵਰਡਾਂ ਦੇ ਨਾਲ ਪਰਮੇਸ਼ਰ ਨੇ। ਤੁਸੀਂ ਪ੍ਰਾਰਥਨਾ ਕੀਤੀ ਸੀ ਆ, ਹਾਂਜੀ ਬਾਈਬਲ ਪੜ੍ਹੀ ਸੀ ਆ, ਉਪਵਾਸ ਕੀਤਾ ਸੀ ਆ, ਤਾਂ ਖੁਦਾ ਕਿਉਂ ਨਾ ਕੰਮ ਕਰੇ? पाक रूह से बरते हमें ਹੁਣ ਕਿਦਾਂ? बिल्कुल ठीक है, काम ठीक है थोड़ा, ਠੀਕ ਹੈ। सब ठीक हो गया, बस प्रार्थना करते रहो खुदा काम करेगा। पाक रूह से बरते हमें अपने लहू से धो ਪ੍ਰੋਫੈਟ ਜੀ ਇਸ ਸਿਸਟਰ ਦਾ ਨਾਮ ਬਬਲੀ ਹੈ ਔਰ ਇਹ ਪਿੰਡ ਮਾਨ ਦੇ ਰਹਿਣ ਵਾਲੇ ਨੇ। ਪ੍ਰੋਫੈਟ ਜੀ ਟੈਸਟਮਨੀ ਇਹਨਾਂ ਦੇ ਹਸਬੰਡ ਦੀ ਹੈ ਕਿ ਉਹ 7 ਮਹੀਨੇ ਤੋਂ ਫੌਰਨ ਜਾਣਾ ਚਾਹੁੰਦੇ ਸੀ ਪਰ ਕੋਈ ਵੀ ਇੰਤਜ਼ਾਮ ਨਹੀਂ ਸੀ ਹੋ ਰਿਹਾ। ਇਹਨਾਂ ਨੇ ਆਪਣਾ ਪਾਸਪੋਰਟ ਲਗਾਇਆ ਪਰ ਵੀਜ਼ਾ ਨਹੀਂ ਸੀ ਆ ਰਿਹਾ। ਪ੍ਰੋਫੈਟ ਜੀ ਤੁਸੀਂ ਐਤਵਾਰ ਦੀ ਮੀਟਿੰਗ ਵਿੱਚ ਪ੍ਰੋਫੈਸੀ ਕੀਤੀ ਕਿ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਮੇਰਾ ਪ੍ਰਭੂ ਉਹਨਾਂ ਦੇ ਰਸਤੇ ਖੋਲਣ ਜਾ ਰਿਹਾ ਹੈ ਤੇ ਇਹਨਾਂ ਨੇ ਤੁਹਾਡੇ ਸ਼ਬਦਾਂ ਨੂੰ ਰਿਸੀਵ ਕੀਤਾ ਔਰ ਇਹਨਾਂ ਨੇ ਪ੍ਰੋਫੈਟ ਜੀ ਤੁਹਾਡੇ ਕੋਲ ਸੋਮਵਾਰ ਪ੍ਰੇਅਰ ਕਰਵਾਈ ਤੇ ਬੁੱਧਵਾਰ ਇਹਨਾਂ ਦਾ ਵੀਜ਼ਾ ਆ ਗਿਆ ਤੇ ਬਾਅਦ ਵਿੱਚ ਇਹਨਾਂ ਦੀ ਟਿਕਟ ਨਹੀਂ ਸੀ ਆ ਰਹੀ। ਪ੍ਰੋਫੈਟ ਜੀ ਫਿਰ ਇਹਨਾਂ ਨੇ ਤੁਹਾਡੇ ਕੋਲੋਂ ਪ੍ਰਾਰਥਨਾ ਕਰਵਾਈ। ਪ੍ਰੋਫੈਟ ਜੀ ਤੁਸੀਂ ਬੋਲਿਆ ਕਿ 3 ਦਿਨ ਬਾਅਦ ਤੁਹਾਡੀ ਟਿਕਟ ਆ ਜਾਵੇਗੀ ਔਰ ਸੱਚਮੁੱਚ ਬੁੱਧਵਾਰ ਇਹਨਾਂ ਫਿਰ ਪ੍ਰੇਅਰ ਕਰਵਾਈ ਔਰ ਐਤਵਾਰ ਦੇ ਦਿਨ ਇਹਨਾਂ ਦੀ ਟਿਕਟ ਆ ਗਈ ਔਰ ਸੋਮਵਾਰ ਜਦੋਂ ਇਹ ਟਿਕਟ ਲੈਣ ਵਾਸਤੇ ਗਏ ਔਰ ਪ੍ਰੋਫੈਟ ਜੀ ਉਸੇ ਟਾਈਮ ਇਹਨਾਂ ਨੂੰ ਬੋਲਿਆ ਕਿ ਅੱਜ ਹੀ ਤੁਹਾਨੂੰ ਫੌਰਨ ਜਾਣਾ ਪਏਗਾ, ਅੱਜ ਹੀ ਤੁਹਾਡੀ ਟਿਕਟ ਬੁੱਕ ਹੋ ਚੁੱਕੀ, ਅੱਜ ਹੀ ਤੁਸੀਂ ਜਾਓਗੇ। ਔਰ ਪ੍ਰੋਫੈਟ ਜੀ ਬੋਲਦੇ ਨੇ ਕਿ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਕਿ ਪਰਮੇਸ਼ਰ ਨੇ ਸਾਰੇ ਇੰਤਜ਼ਾਮ ਕੀਤੇ। ਅੱਜ ਇਹਨਾਂ ਦੇ ਹਸਬੰਡ ਫੌਰਨ ਵਿੱਚ ਪਹੁੰਚ ਚੁੱਕੇ ਨੇ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ। ਇਹ ਪ੍ਰਭੂ ਦਾ ਤੇ ਪ੍ਰਭੂ ਦਾ ਦਾਸ ਦਾ ਦਿਲ ਤੋਂ ਧੰਨਵਾਦ ਕਰਦਾ। चला गया, ਹਾਂਜੀ ਚਲੇ पहुंच गया, ਹਾਂਜੀ बिल्कुल ठीक है, ਹਾਂਜੀ ਠੀਕ ਹੈ। जितना क्या सी होता ही होया, ਹਾਂਜੀ ਉੱਤੇ ਆ ਸਰ। सच्ची होते हैं जितना क्या। 3 दिन बाद टिकट आ गई, ਹਾਂਜੀ सच है, ਸੱਚ देख लो खुदा काम करता। पाक रूह से बरते हमें अपने लहू से धोते पाक रूह से बरते ਪ੍ਰੋਫੈਟ ਜੀ ਇਹਨਾਂ ਦਾ ਨਾਮ ਰੀਟਾ ਹੈ। ਇਹ ਪਿੰਡ ਪੱਕੋ ਕੋਟਾਲੀ ਸਾਹਿਬ ਦੇ ਰਹਿਣ ਵਾਲੇ ਨੇ। ਪ੍ਰੋਫੈਟ ਜੀ ਟੈਸਟਮਨੀ ਇਹਨਾਂ ਦੇ ਬੇਟੇ ਦੀ ਹੈ ਕਿ ਉਹ ਪੇੜ ਦਾ ਕੰਮ ਕਰਦਾ ਹੈ। ਇੱਕ ਮਹੀਨੇ ਤੋਂ ਉਸ ਨੂੰ ਕੋਈ ਵੀ ਕੰਮ ਨਹੀਂ ਸੀ ਮਿਲ ਰਿਹਾ। ਜਿਸ ਕਿਸੇ ਨੂੰ ਵੀ ਉਸ ਕੰਮ ਲਈ ਫੋਨ ਕਰਦੇ ਸੀ ਉਹ ਨਾ ਕਰ ਦਿੰਦੇ ਸੀ। ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਔਰ ਜਦੋਂ ਇਹਨਾਂ ਨੇ ਪ੍ਰੋਫੈਟ ਜੀ ਤੁਹਾਨੂੰ ਦੱਸਿਆ ਕਿ 1 ਮਹੀਨੇ ਤੋਂ ਇਹਨਾਂ ਦੇ ਬੇਟੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਤੇ ਬੋਲਦੇ ਨੇ ਪ੍ਰੋਫੈਟ ਜੀ ਤੁਸੀਂ ਇਹਨਾਂ ਦੀ ਪ੍ਰਾਰਥਨਾ ਕੀਤੀ। ਸਿਰਫ ਇਹਨਾਂ ਨੇ ਬੋਲਿਆ ਕਿ ਪ੍ਰਭੂ ਤੁਸੀਂ ਬੋਲਿਆ ਕਿ ਤੁਹਾਡੇ ਬੇਟੇ ਨੂੰ ਮੇਰਾ ਪ੍ਰਭੂ ਕੰਮ ਦੇਣ ਜਾ ਰਿਹਾ ਹੈ। ਇਹਨਾਂ ਨੇ ਤੁਹਾਡੇ ਸ਼ਬਦਾਂ ਨੂੰ ਰਿਸੀਵ ਕੀਤਾ। ਅਗਲੇ ਦਿਨ ਹੀ ਇਹਨਾਂ ਦੇ ਬੇਟੇ ਨੂੰ ਕੰਮ ਦੇ ਲਈ ਫੋਨ ਆ ਗਏ। ਉਸ ਦਿਨ ਤੋਂ ਇਹਨਾਂ ਦਾ ਬੇਟਾ ਰੋਜ਼ ਕੰਮ ਤੇ ਜਾਂਦਾ ਹੈ ਤੇ ਪਰਮੇਸ਼ਰ ਦੇ ਦਾਸ ਦਾ ਅਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। की होया? क्या काम मिल गया? ਹਾਂਜੀ क्यों मिला? कारण पता की है? ये हर शनिवार और हर वीरवार सवेरे ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਹੁਣੇ ਚਰਚ ਹੋਣਾ ਹੈ ਔਰ ਹੁਣੇ ਆ ਕੇ ਸਫਾਈ ਕਰਨੀ ਹੈ ਉਸੇ ਵੇਲੇ ਕਰਦੀ ਹੈ ਤੇ ਕੀ ਖੁਦਾ ਸੁਣੇਗਾ ਨਹੀਂ? ਸੁਣੇਗਾ ਨਹੀਂ ਤੇ ਤੁਸੀਂ ਆਗਿਆ ਹੀ ਨਹੀਂ ਮੰਨੋਗੇ। ਉਸ ਸਿਸਟਰ ਨੂੰ ਬੋਲਿਆ ਮੈਂ ਕੁਝ ਨਹੀਂ ਕਰਨਾ, ਜਾ ਕੇ ਪ੍ਰਾਰਥਨਾ ਕਰੋ ਜਿੱਦਾਂ ਮੈਂ ਕਹਿ ਦਿੱਤਾ, ਲਿਖ ਕੇ ਲੈ ਜਾਓ, ਜਾ ਕੇ ਪ੍ਰਾਰਥਨਾ ਕਰੋ। ਜੇ ਤੁਸੀਂ ਉਦਾਂ ਪ੍ਰਾਰਥਨਾ ਕਰੋਗੇ ਜਿੱਦਾਂ ਮੈਂ ਤੁਹਾਨੂੰ ਕਿਹਾ ਤੇ ਮੇਰੀ ਗਾਰੰਟੀ ਹੈ ਮੇਰੇ ਕੱਲ ਨੂੰ ਤੋਂ ਫੜ ਲੈਣਾ ਤੇ ਪਰਮੇਸ਼ਰ ਕੰਮ ਨਹੀਂ ਕਰੇਗਾ। ਤੇ ਮੈਂ ਇਹ ਸਾਹਮਣੇ ਖੜੇ ਨੇ ਤੁਹਾਡੇ ਬਿਲਕੁਲ। ਜਦੋਂ ਇਹਨਾਂ ਨੇ ਬੋਲਿਆ ਜਾਓ ਚਰਚ ਦਾ ਕੰਮ ਕਰਨਾ, ਜਾਓ ਇਹ ਵਾਲਾ ਕੰਮ ਕਰਨਾ, ਜਾਓ ਕਚਰਾ ਉਠਾਓ ਇਧਰੋਂ, ਇਹ ਉਸੇ ਵੇਲੇ ਉਠਾਉਂਦੇ ਨੇ ਤੇ ਕਿ ਖੁਦਾ ਕੰਮ ਨਹੀਂ ਕਰੇਗਾ। ਕਰੇਗਾ ਨਹੀਂ ਕਰੇਗਾ? ਤੁਸੀਂ ਸੋਏ ਰਹੋਗੇ, ਖੁਦਾ ਕੀ ਕਰੇਗਾ? ਕੁਝ ਨਹੀਂ ਕਰ ਸਕਦਾ। ਤਾਰੀਫ ਕਰੋ ਜੋਰ ਨਾਲ। पाक रूह से बरते हमें अपने
ਹੈ ਪ੍ਰੋਫੈਸਰ ਜੀ, ਇਹ ਬ੍ਰਦਰ 20 ਸਾਲ ਤੋਂ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ। ਇਹ ਬੋਲਦੇ ਨੇ ਕਿ ਇਹ ਬੀੜੀ ਅਤੇ ਸ਼ਰਾਬ ਦਾ ਨਸ਼ਾ ਕਰਦੇ ਸੀ। ਬੋਲਦੇ ਨੇ ਕਿ 1 ਸਾਲ ਹੋ ਚੁੱਕਾ ਹੈ ਇਹਨਾਂ ਨੂੰ ਇਸ ਮਿਨਿਸਟਰੀ ਦੇ ਨਾਲ ਜੁੜੇ ਹੋਏ। ਇਹ ਬੋਲਦੇ ਨੇ ਕਿ ਪ੍ਰੋਫੈਸਰ ਜੀ ਤੁਸੀਂ ਇਹਨਾਂ ਦੇ ਘਰ ਗਏ ਸੀ, ਉੱਥੇ ਇਹਨਾਂ ਨੂੰ ਤੁਸੀਂ ਬੋਲਿਆ ਕਿ ਤੁਸੀਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੋਗੇ। ਔਰ ਇਹ ਬ੍ਰਦਰ ਬੋਲਦੇ ਨੇ ਕਿ ਸੱਚਮੁੱਚ 1 ਸਾਲ ਹੋ ਚੁੱਕਾ ਹੈ ਇਹਨਾਂ ਨੇ ਕੋਈ ਨਸ਼ਾ ਨਹੀਂ ਕੀਤਾ। ਔਰ 11 ਤਰੀਕ ਨੂੰ ਅਗਸਤ ਮਹੀਨੇ ਇਹਨਾਂ ਨੇ ਬਪਤਿਸਮਾ ਲੈ ਕੇ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੱਤਾ ਹੈ। ਇਹ ਪ੍ਰੋਫੈਟ ਜੀ ਸਿਰਫ ਤੁਹਾਡੀ ਪ੍ਰਾਰਥਨਾਵਾਂ ਦੇ ਦੁਆਰਾ 20 ਸਾਲ ਦੇ ਨਸ਼ੇ ਦੇ ਬੰਧਨ ਤੋਂ ਆਜ਼ਾਦ ਹੋ ਚੁੱਕੇ ਨੇ। ਕਿੰਨਾ ਚਿਰ ਹੋ ਗਿਆ ਨਸ਼ਾ ਛੱਡਿਆ ਨੂੰ? ਕਿੰਨਾ ਚਿਰ ਹੋ ਗਿਆ ਨਸ਼ਾ ਛੱਡਿਆ ਨੂੰ? ਕਿੰਨਾ ਚਿਰ ਹੋ ਗਿਆ ਦੇਖੋ ਇੱਥੇ? 1 ਸਾਲ ਹੋ ਚੁੱਕਾ ਹੈ। ਨਹੀਂ ਨਸ਼ਾ ਛੱਡਣ ਦੇ 1 ਸਾਲ ਹੋ ਗਿਆ। ਹਾਂਜੀ ਕੀ ਬਾਤ ਹੈ। ਤੇ ਕਿੰਨੇ ਸਾਲ ਤੋਂ ਨਸ਼ਾ ਕਰਦੇ ਸੀ? 20 ਸਾਲ 20 ਸਾਲ ਤੋਂ ਨਸ਼ਾ ਕਰਦੇ ਸੀ। ਪੂਰਾ 1 ਸਾਲ ਤੱਕ ਕੋਈ ਨਸ਼ਾ ਨਹੀਂ ਕੀਤਾ। ਮੈਂ ਤੁਹਾਨੂੰ ਕੋਈ ਗੋਲੀ ਦਿੱਤੀ ਸੀ? ਕੀ ਦਿੱਤਾ ਸੀ? ਹਾਂਜੀ ਸਿਰਫ ਪ੍ਰਾਰਥਨਾ ਕੀਤੀ ਆਪਣੇ ਆਪ ਨਸ਼ਾ ਚਲਾ ਗਿਆ। ਤੁਹਾਡੇ ਸਾਹਮਣੇ ਹੈ। सारे जहां में यीशु जी, तुझसा ना कोई सहारा। सारे ਪ੍ਰੋਫੈਸਰ ਜੀ ਇਹਨਾਂ ਦਾ ਨਾਮ ਕੇਵਲ ਮਸੀਹ ਹੈ। ਇਹ ਪਿੰਡ ਸ਼ਾਹਪੁਰ ਗੁਰਾਇਆਂ ਦੇ ਰਹਿਣ ਵਾਲੇ ਹਨ। ਪ੍ਰੋਫੈਸਰ ਜੀ ਇਹ ਬ੍ਰਦਰ ਬੋਲਦੇ ਨੇ ਕਿ ਵੀਰਵਾਰ ਨੂੰ ਕੈਂਡਲ ਮਾਰਚ ਵਾਲੇ ਦਿਨ ਇਹਨਾਂ ਕੋਲ ਸਿਰਫ 100 ਰੁਪਇਆ ਸੀ ਅਤੇ ਇਹਨਾਂ ਨੇ ਸੋਚਿਆ ਕਿ ਇਹ 100 ਰੁਪਇਆ ਮੈਂ ਚਰਚ 'ਚ ਲੈ ਕੇ ਜਾਵਾਂਗਾ। ਅਤੇ ਜਦੋਂ ਚਰਚ ਆਏ ਕੈਂਡਲ ਮਾਰਚ ਕਰਦੇ ਸਮੇਂ ਇਹ ਰਸਤੇ ਵਿੱਚ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਾਉਣ ਚਲੇ ਗਏ ਅਤੇ ਜਦੋਂ ਏਜੰਸੀ ਵਿੱਚ ਗਏ ਉਹਨਾਂ ਨੇ ਇਹਨਾਂ ਨੂੰ ਬੋਲਿਆ ਕਿ ਅੱਜ ਤੁਹਾਡੀ ਮੋਟਰਸਾਈਕਲ ਦੀ ਸਰਵਿਸ ਨਹੀਂ ਕਰਾਂਗੇ, ਅੱਜ ਤੁਹਾਡੇ ਇੱਕ ਨਵਾਂ ਮੋਟਰਸਾਈਕਲ ਦੇਵਾਂਗੇ। ਅਤੇ ਇਹਨਾਂ ਨੇ ਉਹਨਾਂ ਨੂੰ ਬੋਲਿਆ ਕਿ ਮੇਰੇ ਕੋਲ ਤਾਂ ਕੋਈ ਵੀ ਪੈਸਾ ਨਹੀਂ ਹੈ ਅਤੇ ਮੈਂ ਨਵਾਂ ਮੋਟਰਸਾਈਕਲ ਕਿਵੇਂ ਲੈ ਜਾ ਸਕਦਾ। ਅਤੇ ਬੋਲਦੇ ਨੇ ਏਜੰਸੀ ਵਾਲੇ ਮੋਟਰਸਾਈਕਲ ਦੇਣ ਤੋਂ ਪਹਿਲਾਂ 4-5 ਹਜ਼ਾਰ ਰੁਪਏ ਲੈਂਦੇ ਹਨ, ਪਰ ਉਹਨਾਂ ਨੇ ਇਹਨਾਂ ਕੋਲ ਕੋਈ ਵੀ ਪੈਸਾ ਨਹੀਂ ਲਿਆ ਔਰ ਇੱਕ ਨਵਾਂ ਮੋਟਰਸਾਈਕਲ ਇਹਨਾਂ ਨੂੰ ਦੇ ਦਿੱਤਾ। ਇਹ ਪਰਮੇਸ਼ਰ ਦੇ ਵੱਡੀ ਗਵਾਹੀ ਦੇ ਨਾਲ ਖੜੇ। ਕੀ ਹੋਇਆ ਸੀ? ਮੈਂ ਕਹਿੰਦਾ ਨੇ ਆਏ 100 ਰੁਪਏ ਆਏ ਮੇਰੇ ਕੋਲ ਤੇ ਮੇਰੇ ਬ੍ਰਦਰ ਦਾ ਮੋਟਰਸਾਈਕਲ ਹੀ ਮੇਰੇ ਕੋਲ ਕਹਿੰਦੇ ਵੀ ਇਹਦੀ ਸਰਵਿਸ ਕਰਾ ਕੇ ਤੇ ਮਤਲਬ ਉਹ ਅੰਮ੍ਰਿਤਸਰ ਲੈ ਕੇ ਆਈ ਤੇ ਏਜੰਸੀ ਵਾਲੇ ਨੂੰ ਸਰਵਿਸ ਕਰਾਉਣ ਗਿਆ ਵਾਂ ਤੇ ਮੈਨੂੰ ਕਹਿੰਦੇ ਵੀ ਤੈਨੂੰ ਇੱਕ ਇਹ ਘੱਟ ਮੋਟਰਸਾਈਕਲ ਹੈ, ਇੱਕ ਨਵਾਂ ਤੈਨੂੰ ਅੱਜ ਦੇਣਾ। ਮੈਂ ਕਿਹਾ ਮੇਰੇ ਕੋਲ 1 ਰੁਪਿਆ ਵੀ ਨਹੀਂ, 100 ਰੁਪਿਆ ਉਹੀ ਮੈਂ ਚਰਚ ਲੈ ਕੇ ਆਇਆ। ਕਹਿੰਦੇ ਤੇ ਉਹ ਪੈਸਾ ਮੰਗਿਆ ਤੂੰ ਨਵਾਂ ਮੋਟਰਸਾਈਕਲ ਲੈ ਗਿਆ। ਮੁੰਡੇ ਨੂੰ ਕਹਿੰਦਾ ਮੋਟਰਸਾਈਕਲ ਬਾਹਰ ਕੱਢੋ, ਗੱਡੀ ਨਵੀਂ ਤਿਆਰ ਕਰੋ ਤੇ ਮੇਰੇ ਮੋਟਰਸਾਈਕਲ ਦਿਓ। 1 ਰੁਪਿਆ ਨਹੀਂ ਅੱਜ ਦੇਖੋ ਇਹ ਇਨਸਾਨ ਨੂੰ ਕੀ ਕਹਿੰਦੇ ਤੂੰ ਕੈਂਡਲ ਮਾਰਚ ਤੇ ਹੋਣਾ। ਜੇ ਕੈਂਡਲ ਮਾਰਚ ਤੇ ਨਾ ਹੁੰਦਾ ਤਾਂ ਮੋਟਰਸਾਈਕਲ ਮਿਲਣਾ ਸੀ? ਨਹੀਂ ਨਹੀਂ ਮਿਲਣਾ ਸੀ। ਕੈਂਡਲ ਮਾਰਚ ਦੇ ਆਣ ਤੇ ਕੀ ਮਿਲਿਆ? ਮੋਟਰਸਾਈਕਲ ਦਿੱਤਾ ਜੀ। ਆਗੇ ਮਨਾ ਗਲਤੀ ਕਰ ਕੇ सारे जहां में ਤੁਹਾਨੂੰ ਕਹਾਂਗਾ ਬਾਈਬਲ ਲੈ ਕੇ ਆਓ। ਅਗਲੇ ਤੁਸੀਂ ਲੈ ਕੇ ਆਓਗੇ? ਕਿੰਨੇ ਲੋਕ ਬਾਈਬਲ ਲੈ ਕੇ ਆਉਣਗੇ? ਫਿਰ ਅਗਲੇ ਐਤਵਾਰ ਹੀ ਤੁਸੀਂ ਬਰਕਤ ਲੈ ਕੇ ਵਾਪਸ ਆਓਗੇ। ਆਮੀਨ। ਪਰ ਮੰਗਲਵਾਰ ਸਾਰਿਆਂ ਨੇ ਹੋਣਾ ਹੈ। सारे जहां में यीशु जी, ਹੁਣ ਬਾਈਕ ਤੇ ਮੋਟਰਸਾਈਕਲ ਤੁਹਾਡੇ ਕੋਲ ਹੈ? ਹਾਂਜੀ ਲੈ ਕੇ ਆਏ। अच्छा है, तारीफ करो खुदा। सारे जहां में यीशु जी, तुझसा ना कोई सहारा। सारे जहां में ਪ੍ਰਭੂ ਜੀ ਇਸ ਮਰਦ ਦਾ ਨਾਮ ਰਾਣੀ ਹੈ ਔਰ ਇਹ ਪਿੰਡ ਬਹਿਲੋਰਪੁਰ ਦੇ ਰਹਿਣ ਵਾਲੇ ਨੇ। ਪ੍ਰਭੂ ਜੀ 1 ਮਹੀਨੇ ਤੋਂ ਇਹਨਾਂ ਦੇ ਪੋਤੇ ਨੂੰ ਬਹੁਤ ਜ਼ਿਆਦਾ ਬੁਖਾਰ ਰਹਿੰਦਾ ਸੀ। ਇਹਨਾਂ ਨੇ ਬਹੁਤ ਸਾਰੀ ਮੈਡੀਸਿਨ ਵੀ ਖਵਾਈ ਪਰ ਕੋਈ ਆਰਾਮ ਨਹੀਂ ਸੀ। ਪ੍ਰਭੂ ਜੀ ਜਦੋਂ ਇਹਨਾਂ ਨੇ ਤੁਹਾਡੇ ਕੋਲੋਂ ਪ੍ਰਾਰਥਨਾ ਕਰਵਾਈ, ਅਨੈਂਟਿੰਗ ਵਾਟਰ ਔਰ ਆਇਲ ਯੂਜ਼ ਕੀਤਾ, ਬੋਲਦੇ ਨੇ ਕਿ ਇਹਨਾਂ ਦੇ ਪੋਤੇ ਦਾ 1 ਮਹੀਨੇ ਦਾ ਬੁਖਾਰ 1 ਮਿੰਟ ਵਿੱਚ ਜਾ ਚੁੱਕਾ ਹੈ। ਵੱਡੀ ਗਵਾਹੀ ਨਾਲ ਖੜੇ ਹੋਏ ਨੇ। कितने दिन तो कार से? 1 महीना हो गया से। 1 मिनट से चला गया। तारीफ करो जोर से। आखिरों से भरी दे हमें अपने प्रभु से गोदे। ਇਹਨਾਂ ਦਾ ਨਾਮ ਕਾਂਡਾ ਹੈ। ਇਹ ਪਿੰਡ ਮਾਨ ਦੇ ਰਹਿਣ ਵਾਲੇ ਨੇ। ਪ੍ਰੋਫੈਸਰ ਜੀ ਇਹ ਸਿਸਟਰ ਬੋਲਦੇ ਨੇ ਸ਼ਨੀਵਾਰ ਦੇ ਦਿਨ ਇਹਨਾਂ ਦੇ ਪੇਟ ਵਿੱਚ ਬਾਹਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ। ਜਦੋਂ ਇਹ ਐਤਵਾਰ ਦੀ ਮੀਟਿੰਗ ਵਿੱਚ ਆਏ, ਮੀਟਿੰਗ ਤੋਂ ਬਾਅਦ ਇਹਨਾਂ ਨੇ ਪ੍ਰੋਫੈਸਰ ਜੀ ਤੁਹਾਡੇ ਕੋਲੋਂ ਪ੍ਰਾਰਥਨਾ ਕਰਵਾਈ। ਬੋਲਦੇ ਨੇ ਪ੍ਰਾਰਥਨਾ ਕਰਵਾਉਣ ਤੋਂ ਬਾਅਦ ਬਿਲਕੁਲ ਠੀਕ ਹਨ। तारीफ करो जोर से। आखिरों से भरी दे हमें अपने प्रभु से गोदे। आखिरों से भरी दे ਪ੍ਰੋਫੈਸਰ ਜੀ ਇਹਨਾਂ ਦਾ ਨਾਮ ਜੋਗਿੰਦਰ ਮਸੀਹ ਹੈ ਔਰ ਇਹ ਪਿੰਡ ਚੋੜੀਆਂ
ਕਿ 2 ਮਹੀਨੇ ਤੋਂ ਇਹਨਾਂ ਦੀ ਗਾਂ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਦੁੱਧ ਵੀ ਨਹੀਂ ਸੀ ਦੇ ਰਹੀ। ਉਸ ਦਾ ਇੱਕ ਥਣ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਸੀ। ਇਹ ਬੋਲਦੇ ਨੇ ਕਿ ਲੋਕ ਇਹਨਾਂ ਨੂੰ ਬੋਲਦੇ ਸੀ ਕਿ ਇਸ ਨੂੰ ਤੁਸੀਂ ਛੱਡ ਦਿਓ ਕਿਉਂਕਿ ਬਹੁਤ ਸਾਰੇ ਪਸ਼ੂ ਬਿਮਾਰ ਹੋ ਕੇ ਮਰ ਜਾਂਦੇ ਨੇ। ਪਰ ਇਹ ਬੋਲਦੇ ਨੇ ਕਿ ਇਹਨਾਂ ਦਾ ਵਿਸ਼ਵਾਸ ਸੀ ਕਿ ਪ੍ਰੋਫੈਟ ਜੀ ਜਦੋਂ ਤੁਸੀਂ ਇਹਨਾਂ ਦੀ ਗਾਂ ਵਾਸਤੇ ਪ੍ਰਾਰਥਨਾ ਕਰੋਗੇ ਤਾਂ ਉਹ ਠੀਕ ਹੋ ਜਾਵੇਗੀ। ਪ੍ਰੋਫੈਟ ਜੀ 5 ਤਰੀਕ ਨੂੰ ਤੁਸੀਂ ਇਹਨਾਂ ਨੇ ਤੁਹਾਨੂੰ ਆਪਣੇ ਘਰ ਬੁਲਾਇਆ ਤੇ ਤੁਸੀਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਗਾਂ ਦੇ ਵਾਸਤੇ ਪ੍ਰਾਰਥਨਾ ਕੀਤੀ। ਇਹ ਬੋਲਦੇ ਨੇ ਕਿ ਉਸ ਦਿਨ ਤੋਂ ਇਹਨਾਂ ਦੀ ਗਾਂ ਜਿਹੜੀ ਹੈ ਬਿਲਕੁਲ ਠੀਕ ਹੋ ਚੁੱਕੀ ਹੈ, ਵੱਡੀ ਗਵਾਹੀ ਨਾਲ ਖੜੇ ਹੋਏ। पाखरों से भरी दे हमें अपनी लहू से धो दे। ਪ੍ਰੋਫੈਟ ਜੀ ਇਹਨਾਂ ਦਾ ਨਾਮ ਬਲਜਿੰਦਰ ਹੈ। ਇਹ ਪਿੰਡ ਮੰਗਿਆਂ ਦੇ ਰਹਿਣ ਵਾਲੇ ਨੇ। ਪ੍ਰੋਫੈਟ ਜੀ ਟੈਸਟਮਨੀ ਇਹਨਾਂ ਦੇ ਬੇਟੇ ਦੀ ਹੈ ਕਿ ਪਿਛਲੇ ਵੀਰਵਾਰ ਇਹਨਾਂ ਦੇ ਬੇਟੇ ਨੂੰ ਬਹੁਤ ਜ਼ਿਆਦਾ ਬਿਮਾਰ ਹੋ ਚੁੱਕਿਆ ਸੀ। ਉਸ ਨੂੰ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਸਾਡੇ ਆਪਣੇ ਬੇਟੇ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਇਹਨਾਂ ਦੇ ਬੇਟੇ ਦੇ ਟੈਸਟ ਕੀਤੇ। ਟੈਸਟਾਂ ਵਿੱਚ ਇਹਨਾਂ ਦੇ ਬੇਟੇ ਨੂੰ ਇਨਫੈਕਸ਼ਨ ਆਈ ਸੀ ਅਤੇ ਇਹਨਾਂ ਨੂੰ ਬਹੁਤ ਸਾਰੀ ਮੈਡੀਸਨ ਖਾਣ ਨੂੰ ਦਿੱਤੀ ਪਰ ਕੋਈ ਵੀ ਆਰਾਮ ਨਹੀਂ ਆਇਆ। ਜਦੋਂ ਇਹਨਾਂ ਨੇ ਪ੍ਰੋਫੈਟ ਜੀ ਤੁਹਾਡੇ ਕੋਲੋਂ ਪ੍ਰਾਰਥਨਾ ਕਰਵਾਈ, ਬੋਲਦੇ ਨੇ ਉਸ ਦਿਨ ਤੋਂ ਇਹਨਾਂ ਦਾ ਬੇਟਾ ਬਿਲਕੁਲ ਠੀਕ ਤੇ ਆਜ਼ਾਦ ਹੋ ਚੁੱਕਿਆ। पाखरों से भरी ठीक है ਤੁਹਾਡਾ ਬੇਟਾ ਬਿਲਕੁਲ ਠੀਕ ਹੈ। ਤਾਰੀਫ ਕਰੋ ਸੀ ਯਿਸੂ। से धो दे। पाखरों से भरी दे हमें। ਪ੍ਰੋਫੈਟ ਜੀ ਇਸ ਸਿਸਟਰ ਦਾ ਨਾਮ ਨੀਲਮ ਹੈ ਔਰ ਇਹ ਪਿੰਡ ਸ਼ਿਸ਼ਰੇਵਾਲ ਦੇ ਰਹਿਣ ਵਾਲੇ ਨੇ। ਪ੍ਰੋਫੈਟ ਜੀ ਇਹਨਾਂ ਦੀ ਟੈਸਟਮਨੀ ਬਿਗੇਸਟ ਟੈਸਟਮਨੀ ਹੈ। ਪ੍ਰੋਫੈਟ ਜੀ 20 ਸਾਲ ਤੋਂ ਇਹ ਸਿਸਟਰ ਆਪਣਾ ਘਰ ਬਣਾਉਣਾ ਚਾਹੁੰਦੇ ਸੀ। ਪ੍ਰੋਫੈਟ ਜੀ ਇਹਨਾਂ ਕੋਲ ਬਾਲੇ ਦੀਆਂ ਛੱਤਾਂ ਵਾਲੇ ਰੂਮ ਸੀ ਔਰ ਇਹ ਬੋਲਦੇ ਨੇ ਕਿ 2021 ਵਿੱਚ ਪਹਿਲੀ ਵਾਰ ਪ੍ਰੋਫੈਟ ਜੀ ਤੁਸੀਂ ਇਹਨਾਂ ਦੇ ਘਰ ਗਏ ਅਤੇ ਇਹਨਾਂ ਨੂੰ ਤੁਸੀਂ ਬੋਲਿਆ ਕਿ 2022 ਵਿੱਚ ਤੁਹਾਡਾ ਨਵਾਂ ਘਰ ਬਣ ਜਾਵੇਗਾ। ਪ੍ਰੋਫੈਟ ਜੀ ਬੋਲਦੇ ਨੇ ਕਿ ਮੀਟਿੰਗ ਵਿੱਚ ਜਦੋਂ ਵੀ ਤੁਸੀਂ ਘਰਾਂ ਵਾਸਤੇ ਅੱਗੇ ਬੁਲਾ ਕੇ ਪ੍ਰਾਰਥਨਾ ਕਰਦੇ ਸੀ ਇਹ ਸਿਸਟਰ ਉਦੋਂ ਵੀ ਅੱਗੇ ਆਣ ਕੇ ਪ੍ਰਾਰਥਨਾ ਨੂੰ ਰਿਸੀਵ ਕਰਦੇ ਸੀ, ਤੁਹਾਡੇ ਸ਼ਬਦਾਂ ਨੂੰ ਰਿਸੀਵ ਕਰਦੇ ਸੀ ਔਰ ਇਹ ਬੋਲਦੇ ਨੇ ਕਿ ਅੱਜ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਜਿਸ ਤਰ੍ਹਾਂ ਤੁਸੀਂ ਬੋਲਿਆ ਸੀ ਉਸੇ ਤਰ੍ਹਾਂ ਇਹਨਾਂ ਦੇ ਜੀਵਨ 'ਚ ਹੋ ਚੁੱਕਾ ਹੈ। 2022 ਦੇ ਵਿੱਚ ਇਹਨਾਂ ਦਾ ਨਵਾਂ ਘਰ ਬਣ ਚੁੱਕਾ ਹੈ। ਇਹ ਵੱਡੀ ਗਵਾਹੀ ਦੇ ਨਾਲ ਖੜੇ ਹੋਏ ਨੇ। ਘਰ ਬਣ ਗਿਆ ਬਿਲਕੁਲ ਅੱਗੇ ਬਣ ਗਿਆ। ਤਾਰੀਫ ਕਰੋ ਜੋਰ ਕਰਕੇ। ਪ੍ਰੋਫੈਟ ਜੀ ਇਹਨਾਂ ਦਾ ਨਾਮ ਰਾਜੂ ਹੈ। ਇਹ ਪਿੰਡ ਚੰਦੂਨਗਰ ਦੇ ਰਹਿਣ ਵਾਲੇ ਨੇ। ਪ੍ਰੋਫੈਟ ਜੀ 12 ਤਰੀਕ ਨੂੰ ਇਹ ਬ੍ਰਦਰ ਬਾਈਕ ਤੇ ਕਿਤੇ ਜਾ ਰਹੇ ਸੀ। ਇਹ ਬੋਲਦੇ ਨੇ ਕਿ ਅੱਗੇ ਕੁਝ ਲੋਕ ਪੈਦਲ ਆ ਰਹੇ ਸੀ। ਹਨੇਰਾ ਹੋਣ ਕਰਕੇ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਇਹਨਾਂ ਦੀ ਬਾਈਕ ਉਹਨਾਂ ਵਿੱਚ ਵੱਜ ਗਈ। ਬੋਲਦੇ ਨੇ ਪ੍ਰੋਫੈਟ ਜੀ ਦੀਆਂ ਪ੍ਰਾਰਥਨਾ ਦੇ ਦੁਆਰਾ ਅੱਜ ਪਰਮੇਸ਼ਰ ਇਹਨਾਂ ਨੂੰ ਸੱਟ ਲੱਗਣ ਤੋਂ ਸੰਭਾਲ ਕੇ ਰੱਖਿਆ ਹੈ। पाखरों से भरी दे हमें अपनी लहू से। ਪ੍ਰੋਫੈਟ ਜੀ ਸਿਸਟਰ ਦਾ ਨਾਮ ਆਇਨਾ ਹੈ ਔਰ ਸ਼ਹਿਰ ਬਟਾਲਾ ਤੋਂ ਆਏ ਨੇ ਔਰ ਇਹ ਟੈਸਟਮਨੀ ਆਪਣੀ ਖੁਦ ਦੇਣਾ ਚਾਹੁੰਦੇ ਨੇ। ਪ੍ਰੋਫੈਟ ਜੀ तुझको है ਜੈਸੀ ਪੂਰੀ ਕਲੀਸਿਆ ਨੂੰ ਜੈਸੀ ਪ੍ਰੋਫਿਟ ਜੀ। ਪ੍ਰੋਫਿਟ ਜੀ ਮੇਰੀ ਬਹੁਤ ਵੱਡੀ ਗਵਾਹੀ ਆ। ਮੈਂ ਪ੍ਰੋਫਿਟ ਜੀ ਨਾਲ ਮੈਨੂੰ ਲੱਗਦਾ ਸਾਲ ਤੋਂ ਜੁੜੀ ਆ ਬਟ ਮੇਰੇ ਤੋਂ ਕੁਝ ਗਲਤੀ ਗੁਨਾਹ ਹੋਏ ਜਿਹੜੇ ਮੈਂ ਵਿੱਚ ਚਰਚ ਨਹੀਂ ਆ ਸਕੀ ਆ। ਸੋਚ ਕੇ ਕਦੀ ਵਾਰੀ ਮਨ 'ਚ ਸ਼ੈਤਾਨਾ ਪਾ ਦਿੰਦਾ ਸੀ ਕਿ ਪਤਾ ਨਹੀਂ ਜੋ ਚੀਜ਼ ਪ੍ਰੋਫਿਟ ਜੀ ਨੇ ਕਹੀ ਆ ਉਹ ਪੂਰੀ ਹੋਣੀ ਕਿ ਨਹੀਂ। 3 ਮਹੀਨਾ ਪਹਿਲੇ ਪ੍ਰੋਫਿਟ ਜੀ ਨੇ ਮੈਨੂੰ ਕਿਹਾ ਸੀਗਾ ਕਿ ਤੇਰਾ ਹਸਬੈਂਡ ਤੇਰੇ ਕੋਲ ਵਾਪਿਸ ਆ ਰਿਹਾ ਆ। ਉਹ ਤੈਨੂੰ ਅਨਬਲੌਕ ਕਰੇਗਾ, ਤੈਨੂੰ ਮੈਸੇਜ ਵੀ ਕਰੇਗਾ, ਤੇਰੇ ਨਾਲ ਗੱਲਬਾਤ ਵੀ ਕਰੇਗਾ। ਚਾਹੇ ਉਹ ਤੈਨੂੰ ਜਿੰਨਾ ਮਰਜ਼ੀ ਗੁੱਸਾ ਵੀ ਹੋਏ ਤੂੰ ਕੁਝ ਨਹੀਂ ਕਹਿਣਾ ਕਿਉਂਕਿ ਵਚਨ 'ਚ ਲਿਖਿਆ ਕਿ ਪਤੀ ਦੇ ਅਧੀਨ ਰਹੋ। ਪਰ ਤੂੰ ਪੂਰਾ ਹਰ ਕੋਈ ਤੇਰਾ ਵਿਰੋਧ ਵੀ ਕਰੇਗਾ ਪਰ ਤੂੰ ਹਮੇਸ਼ਾ ਪ੍ਰਭੂ ਤੇ ਵਿਸ਼ਵਾਸ ਰੱਖਣਾ ਹੈ ਕਿ ਉਹ ਜ਼ਰੂਰ ਆਏਗਾ। ਤੇ ਪ੍ਰੋਫਿਟ ਜੀ ਉਹੀ ਗੱਲ ਹੋਈ ਜੋ ਤੁਸੀਂ ਕਿਹਾ ਸੀ ਕਿ ਇੱਕ ਇੱਕ ਚੀਜ਼ ਸੱਚ ਹੋਈ ਪਰ ਜਦੋਂ ਸਾਡੀ ਰੋਜ਼ ਗੱਲਬਾਤ ਹੋਣੀ ਵੀ ਸ਼ੁਰੂ ਹੋ ਗਈ ਪਰ ਜਦੋਂ ਮਤਲਬ ਕਿ ਉਹ ਲੜਦਾ ਸੀਗਾ ਤੇ ਘਰ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕੱਲ ਮੈਂ ਇੰਨੀ ਕੁ ਜ਼ਿਆਦਾ ਟੈਨਸ਼ਨ 'ਚ ਆ ਚੁੱਕੀ ਸੀ ਕਿ ਕੱਲ ਮੇਰੀ ਉਹਦੇ ਨਾਲ ਝਗੜਾ ਹੋਇਆ ਹਾਲਾਂਕਿ ਮੈਨੂੰ ਕੁਝ ਨਹੀਂ ਕਿਹਾ ਤੇ ਰਾਤੀ ਮੈਂ ਅੰਨੀ ਜ਼ਿਆਦਾ ਟੁੱਟ ਚੁੱਕੀ ਸੀਗੀ ਕਿ ਮੈਂ ਜਿੰਨੀਆਂ ਵੀ ਨੀਂਦ ਦੀਆਂ ਗੋਲੀਆਂ ਸੀਗੀਆਂ ਮੈਂ ਸਾਰੀਆਂ ਖਾ ਲਈਆਂ। ਇਹ ਸੋਚ ਕੇ ਕਿ ਮੈਂ ਕੋਈ ਦਰਦ ਝੱਲਿਆ ਨਹੀਂ ਜਾਣਾ ਤੇ ਪ੍ਰਭੂ ਕਿ ਮੈਨੂੰ ਨਹੀਂ ਪਤਾ ਕਿ ਮੈਂ ਸ਼ਾਇਦ ਕਿੰਨੇ ਕੁ ਪਾਪ ਕੀਤੇ ਆ, ਤੂੰ ਮੈਨੂੰ क्षमा ਕਰੇਗਾ ਕਿ ਨਹੀਂ। ਮੈਂ ਸਾਰੀ ਨੀਂਦ ਦੀ ਗੋਲੀਆਂ ਖਾ ਲਈਆਂ ਤੇ ਬਾਈਬਲ ਨੂੰ ਆਪਣੇ ਸੀਨੇ ਤੇ ਰੱਖ ਕੇ ਏਦਾਂ ਹੱਕ ਕਰਕੇ ਸੋ ਗਈ ਇਹ ਸੋਚ ਕੇ ਕਿ ਅਗਲਾ ਦਿਨ ਮੈਨੂੰ ਛੱਡਣਾ ਨਹੀਂ। ਜਦੋਂ ਮੈਂ ਸਵੇਰੇ ਉੱਠੀ ਮੈਂ ਵੇਖਿਆ
कि बहुत उच्चा लंबा कोई मैनू दी शक्ल नहीं दिखी। उन्हें चिट्टे ते गोल्डन रंग दे वस्त्र पाए हुए ने। उन्हें मैनू कहा कि बेटी आ, कहंदा तू ऐ कहंदी हुंदी कि प्रभु कि मैं तेरी झोली च रख के रोना चाहती हूं ताकि मेरा दिल हल्का हो सके। कहंदा मेरी झोली च उन्हें मेरा सिर रखा। मैनू कहंदा ਜਦੋਂ ਉਹਨੇ ਤੈਨੂੰ ਅਨਬਲੌਕ ਕੀਤਾ, ਜਿਸ ਦਿਨ ਉਹਨੇ ਤੈਨੂੰ ਕਾਲ ਕੀਤੀ ਉਹ ਜਾ ਕੇ ਗਵਾਹੀ ਦਿੱਤੀ। ਮੈਂ ਕਿਹਾ ਨਹੀਂ, ਕਹਿੰਦੇ ਜਿਸ ਦਾ ਸਨ ਤੇਰੇ ਲਈ ਇੰਨੀ ਮਿਹਨਤ ਕੀਤੀ, ਤੂੰ ਦੱਸ ਨਹੀਂ ਕੀ ਕੀਤਾ, ਤੂੰ ਕੀ ਹੋਇਆ ਤੇ ਅੱਜ ਤੂੰ ਮੈਨੂੰ ਇੰਨਾ ਕਿ ਜ਼ਿਆਦਾ ਨਰਮ ਕਰਦਾ ਕਿ ਤੂੰ ਮੇਰੇ ਲਈ ਆਪਣੀ ਕੁਰਬਾਨੀ ਦੇਣ ਚੱਲੀ ਸੀ। ਕਿਉਂਕਿ ਮੈਂ ਸੌਂਦੇ ਨੇ ਲਿਆ ਗਿਆ ਸੀ, ਪ੍ਰਭੂ ਤੂੰ ਮੇਰੇ ਲਈ ਕੋਲੇ ਖਾਦੇ ਕੁੱਟ ਖਾਦੀ, ਮੇਰੇ ਪਾਪਾ ਲਈ ਆਪਣੇ ਪਿਆਰ ਕਰਕੇ ਮੇਰੇ ਕੋਲ ਕੁਛ ਨਹੀਂ ਹੈਗਾ ਬੀਜ ਬੋਲੂ। ਅੱਜ ਮੈਂ ਆਪਣੇ ਪ੍ਰਾਣ ਕੁਰਬਾਨ ਕਰ ਰਹੀ ਹਾਂ ਤੇਰੇ ਲਈ। ਮੈਨੂੰ ਏਦਾਂ ਲੱਗਦਾ ਸੀਗਾ ਕਿ ਮੈਂ ਸ਼ਾਇਦ ਸਵਰਗਾਂ ਦੇ ਵਿੱਚ ਆ ਗਿਆ ਤੇ ਮੈਨੂੰ ਪ੍ਰਭੂ ਨੇ ਕਿਹਾ ਕਿ ਤੇਰਾ ਜੇ ਟਾਈਮ ਨਹੀਂ ਆਇਆ ਜਾ ਔਰ ਚਰਚ ਚ ਗਵਾਹੀ ਦੇ ਕਿ ਤੇਰਾ ਪਤੀ ਤੈਨੂੰ ਲੈਣ ਆ ਰਿਹਾ। ਔਰ ਉਹਨੇ ਮੈਨੂੰ ਸਿਰਫ ਇਹ ਕਿਹਾ ਕਿ ਪ੍ਰਭੂ ਜੀ ਨੂੰ ਨਹੀਂ ਜਾ ਕੇ ਕਿ ਆਉਣ ਵਾਲੇ ਸਮੇਂ ਚ ਤੂੰ ਸਭ ਤੋਂ ਜ਼ਿਆਦਾ ਅੱਗੇ ਜਾਣ ਵਾਲਾ ਹੈ। आमीन। और प्रॉफिट जी मैं भी सारी फील करती हूँ कि मैं भी चर्च मिस कीते, क्योंकि प्रॉफिट जी ने मैंने एक चीज कही सी, कमियां हमेशा साडे विच हुंदियां ने, प्रभु जी नहीं आई हमेशा प्रभु ਨੂੰ ਸੋਚ ਲੈਂਦੇ ਕਿ ਪ੍ਰਭੂ ਤੂੰ ਆ ਨਹੀਂ ਕੀਤਾ ਉਹ ਨਹੀਂ ਕੀਤਾ। ਪਰ ਵਾਕਈ ਜਦੋਂ ਮੈਨੂੰ ਪ੍ਰਭੂ ਨੇ ਦਰਸ਼ਨ ਦਿੱਤੇ ਨਾ ਤੇ ਵਾਕਈ ਅੱਜ ਮੈਂ ਸੱਚੀ ਕਹਿੰਦੀ ਆ ਕਿ ਪ੍ਰਭੂ ਦਾਸ ਜੀ ਵਰਗਾ ਇਸ ਦੁਨੀਆ 'ਚ ਕੋਈ ਨਹੀਂ ਹੈ ਤੇ ਨਾ ਕੋਈ ਹੋ ਸਕਦਾ ਹੈ। ਥੈਂਕ ਯੂ सारे हमारी मिनिस्ट्री की वीडियोस को पहले देखने के लिए सब्सक्राइब वाला रेड बटन दबाएं और लाइक करें और ज़्यादा से ज़्यादा शेयर करें।